ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ। ਸੋ ਆਓ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 272 ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਗੁਰਬਾਣੀ ਗੌੜੀ ਸੁਖਮਨੀ ਰਾਹੀਂ ਕਿਰਪਾ ਕਰ ਰਹੇ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਲੜੀਵਾਰ ਵਿਚਾਰ ਦੇ ਵਿੱਚ 8ਵੀਂ ਅਸ਼ਟਪਦੀ ਪ੍ਰਾਰੰਭ ਹੋਈ ਹੈ। ਸਤਿਗੁਰੂ ਫਰਮਾ ਰਹੇ ਹਨ ਕਿ ਜਿਸ ਦੇ ਮਨ ਅੰਤਸ਼ਕਰਨ ਵਿੱਚ ਸਾਚਾ ਕੀਏ ਸੱਚੇ ਅਤੇ ਮੂੰਹ ਵਿੱਚ ਸੋਏ ਉਸ ਸਾਚਾ ਸੱਚੇ ਵਾਹਿਗੁਰੂ ਦਾ ਨਾਮ ਵਸਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਇੱਕ ਹਰੀ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵੀ ਚੀਜ਼ ਅੱਖਾਂ ਨਾਲ ਨਹੀਂ ਦੇਖਦੇ, ਭਾਵ ਸਾਰਿਆਂ ਵਿੱਚ ਇੱਕ ਬ੍ਰਹਮ ਹੀ ਵੇਖਦੇ ਹਨ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਲੱਛਣ ਚਿੰਨ੍ਹਾਂ ਗੁਣਾਂ ਵਾਲਾ ਬ੍ਰਹਮ ਗਿਆਨੀ ਹੁੰਦਾ ਹੈ। ਅੱਗੇ ਬ੍ਰਹਮ ਗਿਆਨੀ ਦੀ ਅਵਸਥਾ ਦੱਸਦੇ ਹਨ ਕਿ ਉਹ ਸਦਾ ਸੁਤੰਤਰ ਪਾਪ ਪੁੰਨ ਤੋਂ ਬਾਹਰੇ ਹਨ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਹਮੇਸ਼ਾ ਹੀ ਇਉਂ ਪਾਪਾਂ ਪੁੰਨਾਂ ਤੋਂ ਨਿਰਲੇਪ ਕਹੀਏ ਅਸੰਗ ਰਹਿੰਦਾ ਹੈ। ਸੰਸਾਰ ਵਿੱਚ ਰਹਿੰਦਾ ਸਦਾ ਇਉਂ ਪਦਾਰਥਾਂ ਤੋਂ ਨਿਰਲੇਪ ਰਹਿੰਦਾ ਹੈ, ਜਿਵੇਂ ਜਲ ਪਾਣੀ ਦੇ ਵਿੱਚ ਕਮਲ ਫੁੱਲ ਅਲੇਪ ਕਹੀਏ ਨਿਰਲੇਪ ਰਹਿੰਦਾ ਹੈ। ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਹਮੇਸ਼ਾ ਹੀ ਇਉਂ ਨਿਰਦੋਖ ਦੋਸ਼ਾਂ ਤੋਂ ਰਹਿਤ ਹੈ, ਜਿਵੇਂ ਸੂਰਜ ਆਪਣੀਆਂ ਕਿਰਨਾਂ ਨਾਲ ਸਾਰਿਆਂ ਥਾਵਾਂ ਤੋਂ ਰਸ ਨੂੰ ਖਿੱਚ ਕੇ ਸੁਕਾ ਦਿੰਦਾ, ਭਾਵ ਸੂਰਜ ਦੀਆਂ ਕਿਰਨਾਂ ਰੂੜੀਆਂ ਦੀ ਦੁਰਗੰਧੀ ਤੇ ਫੁੱਲਾਂ ਦੀ ਸੁਗੰਧ ਆਦਿ ਤੇ ਪੈਣ ਕਰਕੇ ਸੂਰਜ ਨੂੰ ਕੋਈ ਦੋਸ਼ ਨਹੀਂ ਹੁੰਦਾ। ਇਸੇ ਪ੍ਰਕਾਰ ਸੂਰਜ ਦੀ ਨਿਆਈ ਪਰਮੇਸ਼ਰ ਹੈ, ਜੋ ਗਿਆਨ ਰੂਪ ਕਿਰਨਾਂ ਦੇ ਨਾਲ ਸਭ ਦੇ ਪਾਪਾਂ ਨੂੰ ਸੋਖ ਕਹੀਏ ਸੁਕਾ ਦਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਦੇ ਅੰਦਰ ਸਭ ਲਈ ਸਮਾਨ ਦ੍ਰਿਸ਼ਟੀ ਹੈ। ਬ੍ਰਹਮ ਗਿਆਨੀ ਦੀ ਸਭ ਜੀਵਾਂ ਦੇ ਤਾਈਂ ਇਸ ਪ੍ਰਕਾਰ ਇਹੋ ਜਿਹੀ ਦ੍ਰਿਸ਼ਟੀ ਹੈ, ਜਿਵੇਂ ਰਾਜੇ ਤੇ ਰੰਕ ਗਰੀਬ ਭਾਵ ਕੰਗਾਲ ਨੂੰ ਪਵਾਨ ਦੀ ਹਵਾ ਇੱਕ ਤੁਲ ਸਮਾਨ ਲੱਗਦੀ ਆ। ਇਸੇ ਤਰ੍ਹਾਂ ਪਾਪੀ ਪੁੰਨੀਆਂ ਰਾਜੇ ਕੰਗਾਲਾਂ 'ਚ ਪਾਉਣ ਦੀ ਨਿਆਈ ਸਾਰਿਆਂ ਵਿੱਚ ਬ੍ਰਹਮ ਗਿਆਨੀ ਇੱਕੋ ਜਿਹਾ ਵਰਤਦਾ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਇਉਂ ਇੱਕ ਧੀਰਜਤਾ ਸਥਿਰਤਾ ਗੁਣ ਮੁੱਖ ਰੂਪ ਵਿੱਚ ਹੁੰਦਾ ਹੈ, ਜਿਵੇਂ ਬਸਦਾ ਧਰਤੀ ਨੂੰ ਕੋਈ ਖੋਦੀ ਜਾਵੇ ਪੁੱਟੀ ਜਾਵੇ ਅਤੇ ਭਾਵੇਂ ਕੋਈ ਚੰਦਨ ਦਾ ਲੇਪਨ ਭਾਵ ਪੋਚਾ ਫੇਰੀ ਜਾਵੇ, ਧਰਤੀ ਦੋਹਾਂ ਵਿੱਚੋਂ ਕਿਸੇ ਨੂੰ ਕੁਝ ਨਹੀਂ ਕਹਿੰਦੀ। ਪੁੱਟਣ ਵਾਲੇ ਨੂੰ ਦੁੱਖ ਨਹੀਂ ਦਿੰਦੀ ਅਤੇ ਚੰਦਨ ਦਾ ਲੇਪਨ ਕਰਨ ਵਾਲੇ ਨੂੰ ਗਲ 'ਚ ਹਾਰ ਨਹੀਂ ਪਾਉਂਦੀ। ਪੁੱਟਣ ਵਾਲੇ ਨੂੰ ਉਹ ਸਰਾਪ ਅਤੇ ਚੰਦਨ ਦਾ ਲੇਪਨ ਕਰਨ ਵਾਲੇ ਨੂੰ ਵਰ ਨਹੀਂ ਦਿੰਦੀ। ਇਸੇ ਪ੍ਰਕਾਰ ਬ੍ਰਹਮ ਗਿਆਨੀ ਉਸਤਤ ਕਰਨ ਵਾਲੇ ਨੂੰ ਪ੍ਰਸੰਨ ਹੋ ਕੇ ਵਰ ਨਹੀਂ ਦਿੰਦੇ ਅਤੇ ਦੁੱਖ ਦੇਣ ਵਾਲੇ ਨੂੰ ਸਰਾਪ ਨਹੀਂ ਦਿੰਦੇ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਬ੍ਰਹਮ ਗਿਆਨੀ ਦਾ ਇਹੋ ਜਿਹਾ ਪਰਉਪਕਾਰ ਵਾਲਾ ਗੁਨਾਉ ਹੁੰਦਾ ਗੁਣ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਵੇਂ ਪਾਵਕ ਅਗਨੀ ਦਾ ਸਹਿਜ ਸੁਤੇ ਸਿੱਧ ਸੁਭਾਅ ਹੈ, ਜੋ ਮਨੁੱਖ ਅੱਗ ਦੇ ਨੇੜੇ ਆਉਂਦਾ
ਤਾਂ ਅੱਗ ਹਨੇਰਾ ਤੇ ਸਰਦੀਆਂ ਵਿੱਚ ਠੰਡ ਤੋਂ ਦੂਰ ਕਰ ਦਿੰਦੀ। ਇਸੇ ਪ੍ਰਕਾਰ ਜੋ ਬ੍ਰਹਮ ਵੇਤੇ ਦੀ ਸ਼ਰਨ ਵਿੱਚ ਆਉਂਦਾ ਹੈ, ਉਸ ਨੂੰ ਗਿਆਨ ਦਾ ਪ੍ਰਕਾਸ਼ ਕਰਾ ਕੇ ਪਾਪਾਂ ਰੂਪ ਠੰਡ ਦੂਰ ਕਰ ਦਿੰਦੇ ਹਨ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਵਿਆਪਕ ਪਰਮੇਸ਼ਰ ਦੇ ਗਿਆਨ ਨੂੰ ਜਾਣਨ ਵਾਲਾ ਪੁਰਖ ਇਉਂ ਨਿਰਮਲ ਉਜਲ ਤੋਂ ਵੀ ਨਿਰਮਲਾ ਕਹੀਏ ਉਜਲ ਹੈ। ਜਿਵੇਂ ਜਲਾ ਪਾਣੀ ਨੂੰ ਮੈਲ ਗੰਦਗੀ ਨਹੀਂ ਲੱਗਦੀ, ਇਸੇ ਪ੍ਰਕਾਰ ਬ੍ਰਹਮ ਵੇਤਾ ਸਭ ਦੇ ਪਾਪਾਂ ਦੀ ਮੈਲ ਧੋ ਕੇ ਉਜਲਦਾ ਉਜਲ ਹੀ ਰਹਿੰਦਾ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ, ਜੈਸੇ ਧਰ ਉਪਰ ਆਕਾਸ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਐਸਾ ਗਿਆਨ ਦਾ ਪ੍ਰਕਾਸ਼ ਚਾਨਣਾ ਹੁੰਦਾ, ਜਿਵੇਂ ਧਰਤੀ ਦੇ ਉੱਪਰ ਉੱਤੇ ਵੀ ਅਤੇ ਨੀਚੇ ਨੀਵੇਂ ਆਕਾਸ਼ ਵੀ, ਭਾਵ ਧਰਤੀ ਨੂੰ ਪੁੱਟ ਕੇ ਵੇਖੀਏ ਤਾਂ ਥੱਲੇ ਪੁਲਾੜ ਹੀ ਹੈ। ਇਸੇ ਪ੍ਰਕਾਰ ਬ੍ਰਹਮ ਵੇਤੇ ਦੀ ਦੇਹ ਦੇ ਉੱਤੇ ਵੀ ਹਰੀ ਹੈ ਤੇ ਅੰਦਰ ਵੀ ਹਰੀ ਹੀ ਹੈ। ਸਾਰਿਆਂ ਵਿੱਚ ਹਰੀ ਨੂੰ ਹੀ ਵੇਖਦੇ ਹਨ। ਜੈਸਾ ਕਿ ਫੁਰਮਾਨ ਹੈ, ਆਕਾਸ ਗਗਨ ਪਾਤਾਲ ਗਗਨ ਹੈ, ਚੌਹ ਦਿਸ ਗਗਨ ਰਹਾਇਲੇ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਦੇ ਨਾਲ ਕੋਈ ਮਿੱਤਰਤਾ ਤੇ ਜੇ ਕੋਈ ਸਤਰ ਵੈਰ ਕਰੇ ਤਾਂ ਉਹਨਾਂ ਦੀ ਦ੍ਰਿਸ਼ਟੀ ਦੋਹਾਂ ਲਈ ਸਮਾਨ ਬਰਾਬਰ ਭਾਵ ਇੱਕੋ ਜੀ ਹੈ। ਜਿਵੇਂ ਭਾਈ ਰਾਮ ਕੋਇਰ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਬ੍ਰਹਮ ਗਿਆਨੀ ਤੱਤ ਬੇਤੇ ਸਨ, ਬਿਰਤੀ ਇੱਕ ਰਸ ਅਖੰਡ ਰਹਿੰਦੀ ਸੀ। ਰਮਦਾਸ ਨਗਰ ਵਿੱਚ ਇੱਕ ਵਾਰੀ ਤੁਰਕਾਂ ਦੀ ਸੈਨਾ ਬਾਬਾ ਜੀ ਦੇ ਘਰੋਂ ਬਰਤਨ, ਗਊਆਂ, ਘੋੜੇ, ਅਨਾਜ ਇਤਿਆਦਿ ਸਾਰਾ ਕੁਝ ਲੁੱਟ ਕੇ ਲੈ ਗਈ। ਜਦੋਂ ਜਾ ਕੇ ਸੂਬੇ ਨੂੰ ਦੱਸਿਆ ਕਿ ਰਮਦਾਸ ਕਿਆਂ ਦੇ ਘਰ ਚੋਰੀ ਕੀਤੀ ਹੈ, ਸੂਬਾ ਬਾਬਾ ਜੀ ਦੇ ਪ੍ਰਤਾਪ ਨੂੰ ਜਾਣਦਾ ਸੀ। ਸਾਰੀ ਵਾਰਤਾ ਸੁਣ ਕੇ ਰਮਦਾਸ ਨਗਰ ਪਹੁੰਚਿਆ। ਨੰਗੇ ਪੈਰੀਂ ਬਾਬਾ ਜੀ ਦੇ ਘਰ ਪਹੁੰਚਿਆ ਤਾਂ ਬਾਬਾ ਜੀ ਸਮਾਧੀ ਵਿੱਚ ਬੈਠੇ ਸਨ। ਹੱਥ ਜੋੜ ਕੇ ਨਿਮਰਤਾ ਨਾਲ ਚਰਨ ਸਪਰਸ਼ ਕਰਕੇ ਡਰੇ ਮਨ ਨਾਲ ਨਮਸਕਾਰ ਕੀਤੀ। ਜਦੋਂ ਬਾਬਾ ਜੀ ਸਮਾਧੀ ਤੋਂ ਉਥਾਨ ਹੋਏ, ਕਹਿਣ ਲੱਗੇ, ਦੱਸੋ ਭਾਈ ਕੀ ਹੈ? ਤਾਂ ਸੂਬਾ ਬੜੀ ਨਿਮਰਤਾ ਨਾਲ ਕਹਿਣ ਲੱਗਾ ਕਿ ਤੁਹਾਡੇ ਕਿਹੜੇ ਕਿਹੜੇ ਪਦਾਰਥਾਂ ਨੂੰ ਲੁੱਟਿਆ ਗਿਆ ਹੈ, ਮੈਂ ਵਾਪਸ ਕਰਾਉਂਦਾ ਹਾਂ, ਸਾਨੂੰ ਖਿਮਾ ਕਰਨਾ, ਬਹੁਤ ਵੱਡਾ ਅਪਰਾਧ ਹੋ ਗਿਆ ਹੈ। ਬਾਬਾ ਰਾਮ ਕੋਇਰ ਜੀ ਕਹਿਣ ਲੱਗੇ ਕਿ ਸਾਡਾ ਤਾਂ ਕੁਝ ਵੀ ਕਿਤੇ ਨਹੀਂ ਗਿਆ। ਲਾਹੌਰ ਦੇ ਸੂਬੇ ਨੇ ਅਰੂੜ ਬਿਰਤੀ ਨੂੰ ਵੇਖ ਕੇ ਕਿਹਾ ਕਿ ਮਹਾਤਮਾ ਜੀ, ਜਦੋਂ ਫੌਜ ਰਮਦਾਸ ਚੜ੍ਹ ਕੇ ਆਈ ਤਾਂ ਤੁਹਾਡੀਆਂ ਸਾਰੀਆਂ ਵਸਤੂਆਂ ਲੁੱਟ ਕੇ ਲੈ ਗਈ। ਉਹ ਤੁਹਾਡੀ ਮਹਿਮਾ ਤੋਂ ਅਣਜਾਣ ਸਨ। ਮੂਰਖਾਂ ਨੇ ਬਹੁਤ ਵੱਡੀ ਅਵੱਗਿਆ ਕੀਤੀ ਹੈ। ਸੂਬੇ ਦੇ ਇਹ ਬਚਨ ਸੁਣ ਕੇ ਜਦੋਂ ਬਾਬਾ ਜੀ ਨੇ ਸਾਹਮਣੇ ਨਿਗਾਹ ਮਾਰ ਕੇ ਵੇਖਿਆ ਕਿ ਸਾਡੇ ਬਾਜਾਂ ਦੇ ਅੱਡੇ ਸੰਗ ਮਰਮਰ ਦੇ ਕੋਈ ਲੈ ਗਿਆ ਹੈ, ਕਹਿਣ ਲੱਗੇ, ਜੇ ਤੇਰੇ ਕਹੇ ਤੋਂ ਕੋਈ ਬਾਜਾਂ ਦੇ ਅੱਡੇ ਵਾਪਸ ਕਰਦਾ ਹੈ ਤਾਂ ਕਰਾ ਦੇ। ਇਹ ਸੁਣ ਕੇ ਹੈਰਾਨ ਹੋ ਗਿਆ ਕਿ ਇੱਕ ਤੁੱਲ ਬਿਰਤੀ ਹੈ, ਜੋ ਚੀਜ਼ ਸਾਹਮਣੇ ਹੈ ਉਹ ਹੀ ਚੇਤੇ ਰੱਖੀ ਹੈ, ਹੋਰ ਕੋਈ ਵੀ ਘਰ ਦੀ ਚੀਜ਼ ਦਾ ਚੇਤਾ ਨਹੀਂ। ਫਿਰ ਇਸ ਨੇ ਲਾਹੌਰ ਤੋਂ ਸਾਰੀ ਚੀਜ਼ ਵਾਪਸ ਕਰਾ ਦਿੱਤੀ। ਫਿਰ ਬਾਬਾ ਰਾਮ ਕੋਇਰ ਜੀ ਕਹਿਣ ਲੱਗੇ ਕਿ ਹੁਣ ਤਾਂ ਵਸਤੂਆਂ ਵਾਪਸ ਕਰਵਾ ਦਿੱਤੀਆਂ, ਜਦੋਂ ਲਾਹੌਰ ਲੁੱਟਿਆ ਗਿਆ ਉਦੋਂ ਕੌਣ ਵਾਪਸ ਕਰਾਊ? ਇਸੇ ਪ੍ਰਕਾਰ ਬ੍ਰਹਮ ਗਿਆਨੀ ਨੂੰ ਦੁਸ਼ਮਣ ਤੇ ਮਿੱਤਰ ਇੱਕ ਬਰਾਬਰ ਹਨ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਹੰਕਾਰ ਨਹੀਂ ਹੁੰਦਾ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੈ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਉੱਚਿਆਂ ਤੋਂ ਵੀ ਉੱਚਾ, ਸ੍ਰੇਸ਼ਟ ਭਾਵ ਉੱਤਮ ਹੁੰਦਾ, ਪਰ ਉਸ ਦਾ ਆਪਣਾ ਮਨ ਅੰਤਸ਼ਕਰਨ ਸਭ ਤੋਂ ਨੀਚਾ ਨੀਵਾਂ ਹੁੰਦਾ। ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਊਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਉਹ ਜਨ ਪੁਰਖ ਹੋਏ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਪ੍ਰਭ ਹਰੀ ਵਾਹਿਗੁਰੂ ਆਪ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੇ ਕਹੀਏ ਕਰਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਸਾਰਿਆਂ ਦੀ ਚਰਨ ਧੂੜ ਹੁੰਦਾ ਹੈ, ਭਾਵ ਨਿਮਰਤਾ ਦੇ ਸਹਿਤ ਰਹਿੰਦਾ, ਕਿਉਂਕਿ ਬ੍ਰਹਮ ਗਿਆਨੀ ਨੇ ਆਤਮ ਰਸ ਆਤਮਾ ਦੇ ਆਨੰਦ ਨੂੰ ਚੀਨਾ ਕਹੀਏ ਜਾਣਿਆ ਹੈ।
ब्रह्म ज्ञानी की सब ऊपर माया, ब्रह्म ज्ञानी ते कछ बुरा न भया। ब्रह्म ज्ञानी दी सारियां ऊपर कहिए उत्ते माया किरपा दृष्टि हुंदी है। ब्रह्म ज्ञानी तो कुछ भी बुरा माड़ा नहीं भया हुंदा। भाव ब्रह्म ज्ञानी सब दा ही भला करदा है। ब्रह्म ज्ञानी सदा समदर्शी, ब्रह्म ज्ञानी की दृष्ट अमृत बरसी। ब्रह्म ज्ञानी हमेशा ही समदर्शी, सब नूं समान दृष्टि नाल वेखदा। ब्रह्म ज्ञानी की अमृत दृष्ट विचों नज़र विचों अमृत रूप नाम दी वर्खा वरसदी है। जदों गुरु अंगद देव साहिब समाधि खोलदे तां निगाह पैण ते जो रोगी दुखी खड़े हुंदे सब राजी होके चले जांदे सन। भाव मृत्यु तो रहत करन वाली दृष्टि वरसाउंदे हन। ब्रह्म ज्ञानी बंधन ते मुक्ता, ब्रह्म ज्ञानी की निर्मल जुगता। ब्रह्म ज्ञानी संसारिक बन्हना जन्म मरण तो मुक्ता छुटिया हुंदा, भाव मुक्त पुरुष हुंदा। ब्रह्म ज्ञानी दी निर्मल उज्जल जुगता मर्यादा हुंदी है। ब्रह्म ज्ञानी दी बिरती उज्जल परमात्मा दे नाम विच जुगता कहिए जुड़ी रहिंदी है। ब्रह्म ज्ञानी दी होरनां नूं निर्मल मैल तो रहत करन दी जुगता मर्यादा है। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी दा भोजन खाना तां प्रभु दा ज्ञान ही है। अन्न पानी तां प्राणा दा आसरा है, पर उसदे हिरदे विच तां परमेश्वर दा ज्ञान ही भोजन है। सतगुरु जी कथन करदे हन कि ब्रह्म ज्ञानी दा ब्रह्म व्यापक सरूप विच ही ध्यान लगा रहिंदा है। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी दी एक परमेश्वर उत्ते ही आस चाहना भाव उम्मीद हुंदी आ। ब्रह्म ज्ञानी दा कदे भी विनाश नाश नहीं हुंदा, कहिए विशेष करके नाश नहीं हुंदा। ब्रह्म ज्ञानी कै गरीबी समाहा, ब्रह्म ज्ञानी पर उपकार उमाहा। ब्रह्म ज्ञानी दे हिरदे अंदर गरीबी निमरता दा समाहा आनंद है, भाव गरीबी समाई होई आ। ब्रह्म ज्ञानी दे हिरदे विच परोपकार दा उमाहा उत्साह रखदा है। ब्रह्म ज्ञानी कै नाही धंधा, ब्रह्म ज्ञानी ले धावत बंदा। ब्रह्म ज्ञानी दे हिरदे विच कोई भी संसारिक धंधा काम काज नाल स्नेह नहीं हुंदा। जिवें बच्चा पंघूड़े विच पाया हत्थ लाउंदा, पैर मार मार के खेडदा, उसका खेडना किरिया है, धंधा नहीं। मन ते बिसरियो सगलो धंधा, गुर की चरणी लाए। ब्रह्म ज्ञानियां ने धावत दौड़दे मन नूं समदम साधना नाल बंधा कहिए बन ले लैना कीता है। ब्रह्म ज्ञानी कै होए सो भला, ब्रह्म ज्ञानी सो फल फला। ब्रह्म ज्ञानी दी संगत दे कोलों जो कुछ भी हुंदा है ओह भला चंगा कर्म ही हुंदा। ब्रह्म ज्ञानी श्रवण मनन निध्यासन तत् त्वंग दा संशोधन आदि सुफल श्रेष्ठ फलां दे सहित फला प्रफुल्लित हुंदा है। ब्रह्म ज्ञानी संग सगल उधार, नानक ब्रह्म ज्ञानी जपै सगल संसार। ब्रह्म ज्ञानी दी संगत करन नाल सारियां दा ही उधार पार उतारा हो जांदा, भाव संग करन वाले सब तर जांदे। सतगुरु जी कथन करदे हन कि ब्रह्म बेतियां नूं ब्रह्म दा सरूप होण करके सारा संसार जगत जपदा है। ब्रह्म ज्ञानी कै एकै रंग, ब्रह्म ज्ञानी कै बसै प्रभ संग। ब्रह्म ज्ञानी दे हिरदे विच इको हरि परमेश्वर वाहिगुरु दा प्रेम आनंद हुंदा। ब्रह्म ज्ञानी दे प्रभु वाहिगुरु सरगुण स्वरूप धार के हर वक्त ही संग कीए नाल ही वसदा है। ब्रह्म ज्ञानी कै नाम आधार, ब्रह्म ज्ञानी कै नाम परवार। ब्रह्म ज्ञानी दे हिरदे विच एक वाहिगुरु दे नाम दा ही आसरा हुंदा। ब्रह्म ज्ञानी दे हिरदे विच सत स्वरूप दा नाम ही दैवी संपदा रूप परिवार है। ब्रह्म ज्ञानी नाम नूं ही अपना परिवार समझदा।
ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਅਗਿਆਨ ਦੀ ਨੀਂਦ ਨੂੰ ਤਿਆਗ ਕੇ ਹਮੇਸ਼ਾ ਹੀ ਗਿਆਨ ਅਵਸਥਾ ਵਿੱਚ ਜਾਗਦਾ ਹੈ। ਬ੍ਰਹਮ ਗਿਆਨੀ ਅਹੰ ਬੁੱਧ ਹੰਕਾਰ ਵਾਲੀ ਬੁੱਧੀ ਨੂੰ ਮੂਲੋਂ ਤਿਆਗਤ ਕਹੀਏ ਛੱਡ ਦਿੰਦਾ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਦੇ ਮਨ ਅੰਤਿਸ਼ ਕਰਨ ਵਿੱਚ ਮਹਾ ਸੁਖ ਭਾਵ ਪਰਮ ਆਨੰਦ ਵਾਹਿਗੁਰੂ ਵਸਿਆ ਹੈ। ਬ੍ਰਹਮ ਗਿਆਨੀ ਦੇ ਹਿਰਦੇ ਰੂਪੀ ਘਰ ਵਿੱਚ ਸਦਾ ਕਹੀਏ ਹਮੇਸ਼ਾ ਹਰੀ ਦਾ ਆਨੰਦ ਸਿਖਿਆਤ ਹੈ। ਅੰਤਹਿਕਰਨ ਰੂਪ ਘਰ ਵਿੱਚ ਸਦਾ ਆਨੰਦ ਖੇੜਾ ਬਣਿਆ ਰਹਿੰਦਾ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ। ਬ੍ਰਹਮ ਗਿਆਨੀ ਦਾ ਸੁਤੇ ਸਿੱਧ ਸੁਖ ਸਰੂਪ ਵਿੱਚ ਵਾਸਾ ਹੁੰਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬ੍ਰਹਮ ਗਿਆਨੀ ਦਾ ਕਦੇ ਵੀ ਵਿਨਾਸ਼ ਕਹੀਏ ਨਾਸ ਨਹੀਂ ਹੁੰਦਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਵਿਆਪਕ ਸਰੂਪ ਦਾ ਬੇਤਾ ਜਾਣੂ ਹੁੰਦਾ। ਬ੍ਰਹਮ ਗਿਆਨੀ ਇੱਕ ਹਰੀ ਵਾਹਿਗੁਰੂ ਨਾਲ ਹੀ ਹੇਤਾ ਪ੍ਰੇਮ ਕਰਦਾ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਅਚਿੰਤ ਸੁਤੇ ਸਿੱਧ ਨਿਰਯਤਨ ਹੀ ਵਾਹਿਗੁਰੂ ਦਾ ਚਿੰਤਨ ਹੁੰਦਾ ਰਹਿੰਦਾ। ਬ੍ਰਹਮ ਗਿਆਨੀ ਸਮਝਦਾ ਹੈ ਕਿ ਜੋ ਕੁਝ ਹੁੰਦਾ ਹੈ ਅਚਨਚੇਤ ਹੀ ਹੁੰਦਾ ਹੈ, ਕਿਉਂਕਿ ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਬ੍ਰਹਮ ਗਿਆਨੀ ਦਾ ਮੰਤ ਉਪਦੇਸ਼ ਨਿਰਮਲ ਉਜਲਾ ਹੁੰਦਾ, ਉਜਲ ਕਰਨ ਵਾਲਾ ਹੁੰਦਾ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਜਿਸ ਦੇ ਪ੍ਰਭ ਕਹੀਏ ਹਰੀ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ ਹੀ ਬ੍ਰਹਮ ਗਿਆਨੀ ਬਣਾਉਣਾ ਕਰਦਾ। ਬ੍ਰਹਮ ਗਿਆਨੀ ਦਾ ਪ੍ਰਤਾਪ ਤੇਜ ਪ੍ਰਭਾਵ ਸਭ ਤੋਂ ਵੱਡਾ ਹੁੰਦਾ, ਬਹੁਤ ਵੱਡਾ ਪ੍ਰਤਾਪ ਹੁੰਦਾ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕਉ ਬਲ ਬਲ ਜਾਈਐ। ਬ੍ਰਹਮ ਗਿਆਨੀ ਦਾ ਦਰਸ਼ਨ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ। ਐਸੇ ਬ੍ਰਹਮ ਗਿਆਨੀ ਨੂੰ ਮਨ ਬਾਣੀ ਸਰੀਰ ਕਰਕੇ ਬਲ ਬਲ ਕਹੀਏ ਬਲ ਕੁਰਬਾਨ ਜਾਈਏ ਜਾਣਾ ਕਰੀਏ। ਬ੍ਰਹਮ ਗਿਆਨੀ ਕਉ ਖੋਜੈ ਹੈ ਮਹੇਸਰ, ਬ੍ਰਹਮ ਗਿਆਨੀ ਨੂੰ ਮਹੇਸਰ ਹੁੰਦਾ ਸ਼ਿਵ ਜੀ, ਭੋਲੇਨਾਥ, ਮਹੀ ਧਰਤੀ ਦੇ ਈਸਰ ਰਾਜੇ ਵੀ ਖੋਜੈ ਭਾਲਦੇ ਫਿਰਦੇ ਆ। ਇੱਕ ਬਹੁਤ ਵਿਦਿਆ ਪੜ੍ਹਿਆ ਹੋਇਆ ਪੰਡਤ ਸੀ, ਉਸਨੇ ਪੁੱਤਰ ਪ੍ਰਾਪਤੀ ਲਈ ਇੱਕ ਜੱਗ ਕਰਨਾ ਕੀਤਾ। ਜੱਗ ਕਰਨ ਵਿੱਚ ਫਰਕ ਰਹਿਣ ਕਰਕੇ ਪਿੰਗਲਾ ਪੁੱਤਰ ਪੈਦਾ ਹੋਇਆ, ਪਰ ਪਿਛਲੇ ਕਰਮਾਂ ਦਾ ਗਿਆਨਵਾਨ ਸੀ। ਪੰਡਤ ਹਰੀ ਸਿੰਘ ਦੇ ਜੀਵਨ ਚਰਿੱਤਰ ਵਿੱਚ ਪ੍ਰਸੰਗ ਆਉਂਦਾ। ਇੱਕ ਦਿਨ ਪੰਡਤ ਕਿਸੇ ਨਾਲ ਚਰਚਾ ਕਰ ਰਿਹਾ ਸੀ ਕਿ ਜਦੋਂ ਗਿਆਨਵਾਨ ਸੌਂ ਜਾਂਦਾ ਹੈ ਉਦੋਂ ਗਿਆਨਵਾਨ ਪੁਰਖ ਅਗਿਆਨੀ ਵਰਗਾ ਹੋ ਜਾਂਦਾ ਅਤੇ ਜਾਗਦੇ ਨੂੰ ਹੀ ਸ਼ੇਸ਼ ਗਿਆਨ ਰਹਿੰਦਾ ਹੋਣਾ ਹੈ। ਫਿਰ ਕੀ ਫਰਕ ਹੈ? ਨਿਰਣਾ ਨਾ ਕਰ ਸਕਿਆ ਤਾਂ ਉਸ ਦਾ ਪਿੰਗਲਾ ਪੁੱਤਰ ਬੋਲਿਆ ਕਿ ਜਦੋਂ ਬ੍ਰਹਮ ਗਿਆਨੀ ਸੌਂਦਾ ਹੈ ਉਦੋਂ ਸਤੋ ਗੁਣ ਵਿੱਚ ਬਿਰਤੀ ਲੀਨ ਹੁੰਦੀ ਹੈ। ਜੈਸਾ ਕਿ ਗੀਤਾ ਦਾ ਸ਼ਬਦ ਹੈ, ਸਤੋ ਸੰਵਾਇਤੇ ਗਿਆਨਾ। ਕਹਿਣ ਲੱਗਾ ਕਿ ਸਤੋ ਗੁਣ ਨਾਲ ਗਿਆਨ ਰਹਿੰਦਾ, ਉਸ ਦਾ ਚਿੱਤ ਗਿਆਨ ਵਿੱਚ ਸਥਿਤ ਹੁੰਦਾ। ਇੰਨਾ ਸੁਣ ਕੇ ਪੰਡਤ ਨੂੰ ਗੁੱਸਾ ਆ ਗਿਆ ਕਿ ਮੇਰੇ ਟੁਕੜਿਆਂ 'ਤੇ ਪਲ ਕੇ ਮੈਨੂੰ ਹੀ ਗਿਆਨ ਦਿੰਦਾ ਹੈ ਅਤੇ ਮੇਰੀ ਹੀ ਦੂਸਰਿਆਂ ਸਾਹਮਣੇ ਨਰਾਦਰੀ ਕਰਦਾ। ਗੁੱਸੇ ਵਿੱਚ ਆ ਕੇ ਆਪਣੇ ਪਿੰਗਲੇ ਪੁੱਤਰ ਨੂੰ ਜੰਗਲ ਵਿੱਚ ਛੱਡ ਆਇਆ। ਐਸੀ ਪਰਮੇਸ਼ਰ ਦੀ ਕਿਰਪਾ ਹੋਈ, ਜਦੋਂ ਜੰਗਲ ਵਿੱਚ ਛੱਡਿਆ ਤਾਂ ਸਾਰੇ ਸੁੱਕੇ ਬ੍ਰਿਛ ਹਰੇ ਹੋ ਗਏ। ਪੰਛੀ ਫਲ ਤੋੜ ਕੇ ਨੇੜੇ ਸੁੱਟ ਜਾਇਆ ਕਰਨ ਅਤੇ ਪਿੰਗਲਾ ਆਪਣੇ ਟੁੰਡਾਂ ਨਾਲ ਚੁੱਕ ਕੇ ਖਾ ਲਿਆ ਕਰੇ। ਇੱਕ ਦਿਨ ਨਾਰਦ ਦਰਸ਼ਨਾਂ ਵਾਸਤੇ ਆਇਆ। ਕੀ ਵੇਖਿਆ ਕਿ ਸਾਰਾ ਜੰਗਲ ਸਵਰਗ ਦੀ ਨਿਆਈ ਹੋਇਆ ਪਿਆ। ਉਸ ਪਿੰਗਲੇ ਬੱਚੇ ਨੂੰ ਨਮਸਕਾਰ ਕੀਤੀ ਤੇ ਕਹਿਣ ਲੱਗਾ, ਬਾਲਕ ਮੈਨੂੰ ਜਾਣਦੇ ਹੋ? ਤਾਂ ਬੱਚਾ ਕਹਿਣ ਲੱਗਾ, ਤੁਸੀਂ ਨਾਰਦ ਹੋ। ਨਾਰਦ ਕਹਿਣ ਲੱਗਾ, ਵਰ ਮੰਗੋ। ਤਾਂ ਬਾਲਕ ਕਹਿਣ ਲੱਗਾ, ਨਾਰਾਜ਼ ਨਾ ਹੋਇਓ, ਤੁਸੀਂ ਵਰ ਮੇਰੇ ਕਰਮਾਂ ਅਨੁਸਾਰ ਦਿਓਗੇ ਤੇ ਜਾਂ ਆਪਣੇ ਵੱਲੋਂ ਦਿਓਗੇ। ਨਾਰਦ ਕਹਿਣ ਲੱਗਾ, ਕਰਮਾਂ ਅਨੁਸਾਰ। ਬੱਚਾ ਕਹਿਣ ਲੱਗਾ, ਫੇਰ ਕੀ ਮੰਗਾ? ਇੰਨੀ ਗੱਲ ਸੁਣ ਕੇ ਨਾਰਦ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਇਹ ਤਾਂ ਨਿਸ਼ਕਾਮੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਹੈ।
ਨਾਰਦ ਨੇ ਜਾ ਕੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਅਤੇ ਇੰਦਰ ਨੂੰ ਦੱਸਿਆ। ਸਾਰੇ ਦੇਵਤੇ ਦਰਸ਼ਨਾਂ ਨੂੰ ਆਏ। ਸਭ ਤੋਂ ਪਹਿਲਾਂ ਇੰਦਰ ਨੇ ਕਿਹਾ ਵਰ ਮੰਗੋ, ਤਾਂ ਉਸੇ ਤਰ੍ਹਾਂ ਨਾਰਦ ਵਾਲੀ ਗੱਲ ਪੁੱਛੀ। ਇਸੇ ਤਰ੍ਹਾਂ ਬ੍ਰਹਮਾ ਨੇ, ਵਿਸ਼ਨੂੰ ਨੇ, ਸ਼ਿਵ ਜੀ ਭਾਵ ਸਾਰਿਆਂ ਨੇ ਪੁੱਛਿਆ, ਤਾਂ ਸਾਰਿਆਂ ਨੂੰ ਉਹ ਹੀ ਸਵਾਲ ਪੁੱਛਿਆ। ਸਾਰੇ ਦੇਵਤੇ ਹੈਰਾਨ ਹੋਏ ਕਿ ਬੜਾ ਨਿਸ਼ਕਾਮੀ ਹੈ। ਸਾਰੇ ਕਹਿਣ ਲੱਗੇ ਹਰੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੇ ਅੰਗ ਸਾਬਤ ਕਰਨ। ਜਦੋਂ ਸਾਰਿਆਂ ਨੇ ਬੇਨਤੀ ਕੀਤੀ ਤਾਂ ਪਰਮੇਸ਼ਰ ਨੇ ਬੇਨਤੀ ਮੰਨਦਿਆਂ ਉਸ ਪਿੰਗਲੇ ਦੀ ਸੋਨੇ ਵਰਗੀ ਦੇਹੀ ਬਣਾਉਣਾ ਕੀਤੀ। ਅਖੀਰ ਜਦੋਂ ਉਸ ਦੇ ਪਿਤਾ ਪੰਡਤ ਨੂੰ ਪਤਾ ਲੱਗਿਆ ਕਿ ਮੇਰਾ ਪੁੱਤਰ ਤਾਂ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਸੀ, ਉਸ ਨੇ ਆ ਕੇ ਮੁਆਫੀ ਮੰਗਣਾ ਕੀਤੀ ਕਿ ਪੁੱਤਰ ਮੈਨੂੰ ਅਗਿਆਨੀ ਨੂੰ ਮੁਆਫ ਕਰਨਾ ਕਰੋ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬ੍ਰਹਮ ਗਿਆਨੀ ਆਪ ਹੀ ਹਰੀ ਪਰਮੇਸ਼ਰ ਦਾ ਰੂਪ ਹੁੰਦਾ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਹਰੀ ਪਰਮੇਸ਼ਰ ਦਾ ਰੂਪ ਹੋਣ ਕਰਕੇ ਬ੍ਰਹਮ ਗਿਆਨੀ ਦੀ ਕੀਮਤ ਕਿਸੇ ਪਾਸੋਂ ਵੀ ਨਹੀਂ ਪਾਈ ਜਾ ਸਕਦੀ। ਬ੍ਰਹਮ ਗਿਆਨੀ ਦੇ ਸਗਲ ਸਾਰੇ ਸ਼ੁਭ ਗੁਣ ਅੰਤਸ਼ਕਰਨ ਮਾਹੇ ਕੀਏ ਵਿੱਚ ਵਸਦੇ ਹਨ। ਬ੍ਰਹਮ ਬੇਤੇ ਸਾਰੇ ਸੰਸਾਰ ਦੇ ਵਰਤਾਰੇ ਨੂੰ ਜਾਣਦੇ ਹਨ, ਪਰ ਸਾਰਿਆਂ ਪਦਾਰਥਾਂ ਨੂੰ ਮਨ ਵਿੱਚ ਮਿਥਿਆ ਜਾਣ ਕੇ ਹਰੀ ਵਾਹਿਗੁਰੂ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ। ਬ੍ਰਹਮ ਗਿਆਨੀ ਦਾ ਭੇਦ ਕੌਣ ਜਾਣ ਸਕਦਾ ਹੈ? ਬ੍ਰਹਮ ਗਿਆਨੀ ਦੇ ਤਤ ਸਿਧਾਂਤ ਰੂਪ ਭੇਦ ਨੂੰ ਕੌਣ ਜਾਣ ਸਕਦਾ? ਕਿਉਂਕਿ ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਹੋਨ ਨਜੀਕ ਖੁਦਾਏ ਦੈ ਭੇਤ ਨ ਕਿਸੈ ਦੇਨ। ਬ੍ਰਹਮ ਗਿਆਨੀ ਨੂੰ ਸਦਾ ਹਮੇਸ਼ਾ ਹੀ ਆਦੇਸ਼ ਕਹੀਏ ਨਮਸਕਾਰ ਕਰਨੀ ਚਾਹੀਦੀ। ਬ੍ਰਹਮ ਗਿਆਨੀ ਨੂੰ ਸਾਰੀ ਸ੍ਰਿਸ਼ਟੀ ਨਮਸਕਾਰ ਕਰਦੀ ਹੈ। ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਦਾਖਿਅਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਦਾ ਕੋਈ ਵੀ ਅਦਾਖਿਅਰ ਅੱਧਾ ਅੱਖਰ ਵੀ ਕਥਨ ਨਹੀਂ ਕਰ ਸਕਦਾ। ਬ੍ਰਹਮ ਗਿਆਨੀ ਤਾਂ ਇੱਕ ਸਾਬਤ ਪਦ ਹੈ। ਇਕੱਲੇ ਬ੍ਰਹਮ ਦਾ ਕਥਨ ਨਹੀਂ ਕੀਤਾ ਜਾ ਸਕਦਾ, ਤਾਂ ਬ੍ਰਹਮ ਗਿਆਨੀ ਦਾ ਕੌਣ ਕਥਨ ਕਰੇਗਾ? ਇਸ ਕਰਕੇ ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਜਿਸ ਨੂੰ ਸ਼ਸਤਰ ਕੱਟ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਡੁਬੋ ਨਹੀਂ ਸਕਦਾ, ਭਾਵ ਉਸ ਦਾ ਕੋਈ ਵੀ ਕਥਨ ਨਹੀਂ ਕਰ ਸਕਦਾ। ਬ੍ਰਹਮ ਗਿਆਨੀ ਤਾਂ ਸਾਰਿਆਂ ਦਾ ਹੀ ਠਾਕੁਰ ਸੁਆਮੀ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਮਿਤ ਮਰਿਆਦਾ ਨੂੰ ਕੌਣ ਬਖਾਨੈ ਕਥਨ ਕਰ ਸਕਦਾ ਹੈ? ਬ੍ਰਹਮ ਗਿਆਨੀ ਦੀ ਗਤ ਰੀਤੀ ਭਾਵ ਚਾਲ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਨਮਸਕਾਰ। ਬ੍ਰਹਮ ਗਿਆਨੀ ਦਾ ਪਾਰ ਉਰਾਰ ਕਰਕੇ ਕਿਸੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬ੍ਰਹਮ ਗਿਆਨੀ ਨੂੰ ਹਮੇਸ਼ਾ ਨਮਸਕਾਰ ਬੰਦਨਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦੁਨੀਆ ਦਾ ਕਰਤਾ ਰਚਨਹਾਰ ਈਸ਼ਰ ਰੂਪ ਆਪ ਹੈ। ਭਾਵ ਈਸ਼ਰ ਨੂੰ ਤਾਂ ਜਗਤ ਦੀ ਉਤਪਤੀ ਪਾਲਣਾ ਲੈਤਾ ਦਾ ਫਿਕਰ ਹੈ, ਪਰ ਬ੍ਰਹਮ ਗਿਆਨੀ ਸਾਰਿਆਂ ਨੂੰ ਗਿਆਨਵਾਨ ਕਰਕੇ ਸ੍ਰੇਸ਼ਟ ਕਰਨ ਵਾਲਾ ਹੈ। ਬ੍ਰਹਮ ਗਿਆਨੀ ਸਦ ਜੀਵੈ ਕਹੀਏ ਜਿਉਂਦਾ ਹੈ, ਕਦੇ ਮਰਦਾ ਨਹੀਂ। ਭਾਵ ਉਹ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ, ਜੋ ਸਦਾ ਸਤ ਚਿਤ ਆਨੰਦ ਸਰੂਪ ਹੈ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਮੁਕਤੀ ਜੁਗਤੀ ਤੇ ਜੀਵਨ ਦਾ ਦਾਤਾ ਹੈ। ਬ੍ਰਹਮ ਗਿਆਨੀ ਮੁਕਤੀ ਦਾ ਤੇ ਜੀਵਾਂ ਨੂੰ ਹਰੀ ਵਿੱਚ ਜੁਗਤ ਜੋੜਨ ਰੂਪ ਸ਼ੁਭ ਗੁਣਾਂ ਦਾ ਦਾਤਾ ਹੈ। ਬ੍ਰਹਮ ਗਿਆਨੀ ਪਰਿਪੂਰਨ ਅਕਾਲ ਪੁਰਖ ਵਿਧਾਤਾ ਫਲਬਰ ਦਾਤਾ ਦਾ ਸਰੂਪ ਹੁੰਦਾ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਅਨਾਥ ਜਤੀਮਾਂ ਦਾ ਨਾਥ ਸੁਆਮੀ ਹੈ।
ਬ੍ਰਹਮ ਗਿਆਨੀ ਦਾ ਸਾਰਿਆਂ ਦੇ ਉੱਤੇ ਕਿਰਪਾ ਰੂਪੀ ਹਾਥ ਕਹੀਏ ਹੱਥ ਹੁੰਦਾ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਸੰਸਾਰ ਦਾ ਸਗਲ ਕਹੀਏ ਸਾਰਾ ਆਕਾਰ ਆਪਣਾ ਰੂਪ ਹੀ ਸਮਝਦਾ ਹੈ, ਭਾਵ ਸਾਰਾ ਆਕਾਰ ਉਸਦਾ ਹੀ ਹੈ, ਸਾਰਿਆਂ ਨੂੰ ਆਪਣਾ ਆਪ ਰੂਪ ਨਿਸ਼ਚੇ ਕਰਦਾ। ਬ੍ਰਹਮ ਗਿਆਨੀ ਆਪ ਨਿਰੰਕਾਰ ਨਿਰਾਕਾਰ ਸਰੂਪ ਵਿੱਚ ਸਥਿਤ ਰਹਿੰਦਾ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 8ਵੀਂ ਅਸ਼ਟਪਦੀ ਸੰਪੂਰਨ ਕਰਦੇ ਹਨ। ਬ੍ਰਹਮ ਗਿਆਨੀ ਦੀ ਸੋਭਾ ਵਡਿਆਈ ਬ੍ਰਹਮ ਗਿਆਨੀ ਨੂੰ ਹੀ ਬਣਦੀ ਹੈ, ਭਾਵ ਬ੍ਰਹਮ ਗਿਆਨੀ ਵਰਗੀ ਸੋਭਾ ਕਿਸੇ ਦੀ ਵੀ ਨਹੀਂ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬ੍ਰਹਮ ਗਿਆਨੀ ਸਰਬ ਸਾਰਿਆਂ ਦਾ ਧਨੀ ਮਾਲਕ ਹੁੰਦਾ। ਸੋ 8ਵੀਂ ਅਸ਼ਟਪਦੀ ਦੇ ਵਿੱਚ ਜੋ ਅੱਖਰ ਆਏ ਹਨ ਉਹ 1129 ਅੱਖਰ ਆਏ ਹਨ ਪੂਰੇ। ਪੈਰਾਂ ਵਾਲੇ ਰਾਰੇ 86 ਆਏ ਹਨ। ਅੱਧੇ ਅੱਖਰ ਭਾਵ ਇੱਕ ਆਇਆ ਹੈ। ਇਸ ਅਸ਼ਟਪਦੀ ਦਾ ਕੁੱਲ ਅੱਖਰਾਂ ਦਾ ਜੋ ਜੋੜ ਹੈ ਉਹ 1216 ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।